ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਸਿਆਸਤ ਹੈ ਮੇਰੇ ਦੋਸਤ। ਇੱਥੇ ਮੌਸਮ ਬਦਲਣ ਤੋਂ ਪਹਿਲਾਂ ਲੋਕ ਬਦਲ ਜਾਂਦੇ ਨੇ। ਲੇਕਿਨ ਹੁਣ ਬਿਆਨ ਸੇਖਵਾਂ ਸਾਹਿਬ ਦਾ ਇਹ ਆਉਂਦਾ ਹੈ ਕੇਜਰੀਵਾਲ ਸਾਹਿਬ ਨੂੰ ਮਿਲਣ ਤੋਂ ਬਾਅਦ ਜਾਂ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਕੇਜਰੀਵਾਲ ਦੇਸ਼ ਦਾ ਭਵਿੱਖ ਹੈ ਤੇ ਬੜੇ ਮਹਾਨ ਲੀਡਰ ਨੇ ਕੇਜਰੀਵਾਲ। ਨਹੀਂ, ਪਰ ਉਹਨਾਂ ਦਾ ਉਹ ਤਾਂ ਦੇਸ਼ ਦਾ ਭਵਿੱਖ ਹੈਗੇ ਨੇ, ਹੋਣਗੇ, ਲੇਕਿਨ ਇਹ ਕਿਹਨਾਂ ਦਾ ਭਵਿੱਖ ਬਣ ਗਏ। ਨੌਜਵਾਨ ਪੱਤਰਕਾਰਾਂ ਨੇ ਪੁੱਛਿਆ ਕਿ ਸੇਖਵਾਂ ਸਾਹਿਬ ਰਾਮੂਵਾਲੀਆ 'ਚ ਚਲਾ ਗਿਆ। ਉਹ ਕਹਿੰਦੇ ਜੀ ਜਿਹੜਾ ਬੰਦਾ ਮਾੜੇ ਹਾਲਾਤਾਂ ਦੇ ਵਿੱਚ ਪਾਰਟੀ ਦਾ ਸਾਥ ਛੱਡੇ ਉਹ ਬੰਦਾ ਨਹੀਂ ਹੁੰਦਾ। ਦੂਸਰੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪਾਰਟੀ ਹੀ ਸਭ ਕੁਝ ਹੁੰਦੀ ਹੈ ਤੇ ਜੇ ਪਾਰਟੀ ਦੇ ਵਿੱਚੋਂ ਉਹ ਚਲਾ ਗਿਆ ਨਾ ਰਾਮੂਵਾਲੀਆ ਤੇ ਕੋਈ ਫਰਕ ਨਹੀਂ ਪਏਗਾ। ਸੋ ਅੱਜ ਅਸੀਂ ਵੀ ਇਹੋ ਹੀ ਸਬਰ ਕਰਕੇ ਬੈਠ ਗਏ ਹਾਂ ਕਿ ਕੋਈ ਫਰਕ ਨਹੀਂ ਪਏਗਾ। ਜਿਹੜਾ ਬੰਦਾ ਪਾਰਟੀ ਛੱਡ ਗਿਆ ਉਹ ਬੰਦਾ ਨਹੀਂ ਹੁੰਦਾ। ਆ ਗੱਲ ਕਹੀ ਉਹਨਾਂ ਦੀ ਵੀਡੀਓ ਸੁਣ ਲਓ ਤੁਸੀਂ। ਉਹ ਕਹਿੰਦੇ ਮੇਰਾ ਪਤਾ ਨਹੀਂ ਲਿਆ। ਢੀਂਡਸਾ ਸਾਹਿਬ ਕਹਿੰਦੇ ਪਤਾ ਤਾਂ ਲੈਂਦੇ ਕਿ 4 ਵਾਰ ਤੋਂ ਮੇਰੇ ਘਰ ਆ ਗਏ ਆ ਬਿਮਾਰ ਹੋਣ ਤੋਂ ਬਾਅਦ ਤੇ ਮੈਂ ਉਹਨਾਂ ਦਾ ਪਤਾ ਉਹ ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ ਮੇਰਾ ਪਤਾ ਲੈਣ ਆਉਂਦੇ ਆ। ਨਾਲੇ ਪਤਾ ਤਾਂ ਲਈਏ ਜੇ ਪਤੇ ਦਾ ਪਤਾ ਹੋਵੇ, ਇਹਨਾਂ ਦਾ ਇਹੀ ਨਹੀਂ ਪਤਾ ਵੀ ਕਿਹੜੇ ਪਤੇ ਤੇ ਚੱਲ ਜਾਣਾ। ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਸਿਆਸਤ ਹੈ ਮੇਰੇ ਦੋਸਤ। ਇੱਥੇ ਮੌਸਮ ਬਦਲਣ ਤੋਂ ਪਹਿਲਾਂ ਲੋਕ ਬਦਲ ਜਾਂਦੇ ਨੇ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਅਸੀਂ ਗੱਲ ਕਰਾਂਗੇ ਸੇਵਾ ਸਿੰਘ ਸੇਖਵਾਂ ਸਾਹਿਬ ਦੀ, ਕਿਉਂਕਿ ਜਿਵੇਂ ਦੀਆਂ ਤਬਦੀਲੀਆਂ ਹੁਣ ਬੀਤੇ ਕੁਝ ਦਿਨਾਂ 'ਚ ਹੋਈਆਂ ਨੇ, ਮੈਨੂੰ ਗੀਤ ਦੀਆਂ 2 ਸਤਰਾਂ ਵੀ ਯਾਦ ਆਉਂਦੀਆਂ ਨੇ। ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਗੱਲ ਲੱਗ ਕੇ। ਸੇਖਵਾਂ ਸਾਹਿਬ ਦੇ ਪੁਰਾਣੇ ਮਿੱਤਰ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਕਰਨੈਲ ਸਿੰਘ ਪੀਰ ਮੁਹੰਮਦ ਜੀ। ਸਰ ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਧੰਨਵਾਦ ਜੀ। ਸਰ ਮੈਂ ਹੁਣੀ 2 ਗੀਤ ਦੀ 17 ਬੋਲੀਆਂ ਨੇ, ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਗੱਲ ਲੱਗੇ। ਸੇਖਵਾਂ ਸਾਹਿਬ ਬਾਰੇ ਪਹਿਲਾ ਰਿਐਕਸ਼ਨ ਕੀ ਹੈ ਜੀ ਆਮ ਆਦਮੀ ਪਾਰਟੀ ਵਿੱਚ ਜਾਣ ਦਾ? ਠਾਕਰ ਜੀ ਜਿੰਨੀਆਂ ਮਰਜ਼ੀ ਤੁਸੀਂ ਚੁਟਕੀਆਂ ਲਈ ਜਾਓ, ਸਾਰੇ ਹੀ ਲੈ ਰਹੇ ਨੇ, ਤੁਹਾਡਾ ਵੀ ਫਰਜ਼ ਬਣਦਾ। ਪਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਸਰਦਾਰ ਸੇਵਾ ਸਿੰਘ ਸੇਖਵਾਂ ਨੂੰ ਜਿਸ ਰੂਪ ਵਿੱਚ ਅਸੀਂ ਦੇਖਿਆ ਹੈ, ਮਾਯੂਸੀ ਹੋਈ ਹੈ, ਬਹੁਤ ਦੁੱਖ ਹੋਇਆ ਕਿ ਇਹਨੇ, ਭਾਵੇਂ ਉਹਨਾਂ ਦਾ ਕੱਦ ਛੋਟਾ ਪਰ ਸਿਆਸਤ ਦੇ ਵਿੱਚ ਬਹੁਤ ਵੱਡੇ ਕੱਦਵਾਰ ਲੀਡਰ ਨੇ। ਤੇ ਦੇਖੋ ਉਹਨਾਂ ਨੇ ਜਿਹੜਾ ਇਹ ਡਿਸੀਜਨ ਲਿਆ ਹੈ, ਇਹ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਅਖਬਾਰਾਂ ਪੜ੍ਹੋ। ਅਖਬਾਰਾਂ ਦੇ ਵਿੱਚ ਲਿਖ ਰਹੇ ਆ, ਕੋਈ ਲਿਖ ਰਿਹਾ ਸੇਵਾ ਐਕਸਪ੍ਰੈਸ ਲਿਖ ਰਹੇ ਆ, ਕੋਈ ਉਹਨਾਂ ਨੂੰ ਲਿਖ ਰਹੇ ਆ ਕਿ ਇਹ ਸੇਵਾ ਜਾਂ ਸਿਆਸਤ ਜਾਂ ਇਹ ਆਤਮਘਾਤ। ਸੋ ਇਸ ਤਰ੍ਹਾਂ ਦੇ ਅਲਫਾਜ਼ ਉਹਨਾਂ ਲਈ ਵਰਤੇ ਜਾ ਰਹੇ, ਸਾਨੂੰ ਸੁਣ ਕੇ ਦੁੱਖ ਹੁੰਦਾ। ਕਿਉਂਕਿ ਲੰਮਾ ਸਮਾਂ, ਕਿਉਂਕਿ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਰਿਜ਼ਾਈਨ ਦਿੱਤਾ, ਸੇਵਾ ਮੁਕਤ ਹੋਇਆ, ਤਾਂ ਮੈਂ ਤਾਂ ਉਹਨਾਂ ਦੇ ਰਾਹੀਂ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਆਇਆ ਸੀ। ਅਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਦੇਖੋ ਛੋਟੇ ਵੀਰ, ਤੁਸੀਂ ਸਾਡੇ ਬੱਚਿਆਂ ਵਰਗੇ ਹੋ ਅਤੇ ਸਮਾਂ ਆਉਣ ਦੇ ਉੱਤੇ ਸਿਆਸੀ ਤੌਰ 'ਤੇ ਤੁਹਾਡਾ ਭਵਿੱਖ ਜਿਹੜਾ ਉਹ ਮੈਂ ਸਵਾਰਨਾ। ਅਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਸਾਡਾ ਸਿਆਸੀ ਭਵਿੱਖ ਨੂੰ ਪਾਸੇ ਰੱਖ ਕੇ ਕੌਮ ਦੇ ਜਿਹੜਾ ਦਰਦ ਲੈ ਕੇ ਤੁਸੀਂ ਇੱਕ ਨਾਅਰਾ ਦਿੱਤਾ ਕਿ ਅਕਾਲੀ ਦਲ ਜਿਹੜਾ ਬਾਦਲ ਹੈ ਉਹਦੇ ਵਿੱਚੋਂ ਅਸੀਂ ਬਾਹਰ ਆ ਰਹੇ ਹਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਜਿਹੜੀਆਂ ਬੇਅਦਬੀਆਂ ਦਾ ਮਸਲਾ ਹੈ ਜਾਂ ਜਿਹੜੇ ਹੋਰ ਮਸਲੇ ਨੇ, ਜਾਂ ਪੰਜਾਬ ਦੇ ਅੰਦਰ ਜਿਹੜੀ ਗੁੰਡਾਗਰਦੀ ਹੋਈ ਹੈ ਜਾਂ 10 ਸਾਲਾਂ ਦੇ ਰਾਜ ਦੇ ਵਿੱਚ ਲੁੱਟ ਖਸੁੱਟ ਹੋਈ ਹੈ, ਕਿ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕੇ। ਸੇਖਵਾਂ ਸਾਹਿਬ ਕਹਿੰਦੇ ਸੀ ਅਤੇ ਅਸੀਂ ਬਾਹਰ ਆਏ ਹਾਂ ਅਤੇ ਅਸੀਂ ਹੁਣ ਅੱਗੇ ਆ ਕੇ ਇੱਕ ਪੰਜਾਬ ਦੇ ਪੰਥ ਦੇ ਭਵਿੱਖ ਲਈ ਕੁਝ ਕਰਨਾ। ਕਿਉਂਕਿ ਸਾਡਾ ਜ਼ਿੰਦਗੀ ਦਾ ਜਿਹੜੇ ਚਾਅ ਸਨ, 2 ਵਾਰ ਕਹਿੰਦੇ ਮਿਨਿਸਟਰ ਬਣ ਗਏ ਆ, MLA ਬਣ ਗਏ ਆ। ਪਿਤਾ ਜੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਏਡੇ ਵੱਡੇ ਸੇਵਾਦਾਰ ਰਹੇ ਨੇ, ਜਥੇਦਾਰ ਉਜਾਗਰ ਸਿੰਘ ਸੇਖਵਾਂ। ਅਤੇ ਇਹ ਤਾਂ ਕਦੀ ਸੋਚੋ ਹੀ ਨਾ ਕਿ ਅਸੀਂ ਕੁਝ ਨਾ ਕੋਈ ਇਲੈਕਸ਼ਨ ਲੜਨਾ। ਪਰ ਬੜੀ ਹੈਰਾਨੀ ਹੋਈ। ਤੁਹਾਨੂੰ ਤੁਸੀਂ ਕਿਹਾ ਵੀ ਤੁਹਾਨੂੰ ਟਕਸਾਲੀ ਮਗੀ ਬ੍ਰਹਮਪੁਰਾ ਸਾਹਿਬ ਹੋਣਾ ਦੇ ਨਾਲ ਲਿਆਉਣ ਵਾਲੇ ਉਹੀ ਸੀ, ਤੁਹਾਨੂੰ ਟਿਕਾ ਕੇ ਆਪ ਅੱਗੇ ਲੰਘ ਗਏ। ਦੇਖੋ ਫਿਰ ਹੁਣ ਇੱਕ ਥਾਂ 'ਤੇ ਥੋੜ੍ਹਾ, ਉਸ ਤੋਂ ਬਾਅਦ ਅਕਾਲੀ ਦਲ ਡੈਮੋਕ੍ਰੈਟਿਕ ਬਣਿਆ, ਢੀਂਡਸਾ ਸਾਹਿਬ ਨੇ ਬਣਾਇਆ, ਤੁਹਾਨੂੰ ਯਾਦ ਹੋਵੇਗਾ, ਲੁਧਿਆਣਾ। ਉਹ ਬ੍ਰਹਮਪੁਰਾ ਸਾਹਿਬ ਨੂੰ ਉੱਥੋਂ ਛੱਡ ਕੇ ਉੱਧਰ ਚਲੇ ਗਏ ਸੀ। ਠੀਕ ਹੈ ਜੀ, ਉਦੋਂ ਵੀ ਨਹੀਂ ਆਪਾਂ ਨੂੰ ਦੱਸਿਆ ਉਹਨਾਂ ਨੇ। ਮੈਂ ਤਾਂ ਕਿਉਂਕਿ ਬ੍ਰਹਮਪੁਰਾ ਸਾਹਿਬ ਜਿਵੇਂ ਕਿ ਇਹ ਕਿ ICU ਦੇ ਵਿੱਚ ਸੀ ਅਤੇ ਮੈਂ ਇੱਕ ਆਪਣਾ ਨੈਤਿਕ ਫਰਜ਼, ਹਾਲਾਂਕਿ ਢੀਂਡਸਾ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਅਤੇ ਮੈਂ ਨਹੀਂ, ਇਕੱਲਾ ਹੀ ਮੈਂ ਰਹਿ ਗਿਆ ਸੀ। ਠੀਕ ਹੈ ਜੀ, ਬਾਕੀ ਸਾਡੇ ਲੀਡਰ ਜਿਹੜੇ ਆ ਜਾਂ ਤਾਂ ਘਰ ਬਹਿ ਗਏ ਸੀ ਅਤੇ ਜਾਂ ਉਦਣ ਢੀਂਡਸਾ ਸਾਹਿਬ ਨਾਲ ਚਲੇ ਗਏ ਸੀ। ਅਤੇ ਮੈਂ ਉੱਥੇ
ਉਹ ਮੇਰਾ ਨੈਤਿਕ ਫਰਜ਼ ਸਮਝਦਿਆਂ ਮੈਂ ਲੇਕਿਨ ਹੁਣ ਬਿਆਨ ਸੇਖਵਾਂ ਸਾਹਿਬ ਦਾ ਇਹ ਆਉਂਦਾ ਹੈ ਕੇਜਰੀਵਾਲ ਸਾਹਿਬ ਨੂੰ ਮਿਲਣ ਤੋਂ ਬਾਅਦ ਜਾਂ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਕੇਜਰੀਵਾਲ ਦੇਸ਼ ਦਾ ਭਵਿੱਖ ਹੈ ਤੇ ਬੜੇ ਮਹਾਨ ਲੀਡਰ ਨੇ ਕੇਜਰੀਵਾਲ। ਨਹੀਂ, ਪਰ ਉਹਨਾਂ ਦਾ ਉਹ ਤਾਂ ਦੇਸ਼ ਦਾ ਭਵਿੱਖ ਹੈਗੇ ਨੇ, ਹੋਣਗੇ, ਲੇਕਿਨ ਇਹ ਕਿਹਨਾਂ ਦਾ ਭਵਿੱਖ ਬਣ ਗਏ ਆ? ਇਹਨਾਂ ਨੂੰ ਆਪਣਾ ਸੋਚਣਾ ਚਾਹੀਦਾ ਸੀ ਕਿ ਜ਼ਿੰਦਗੀ ਦੇ ਉਸ ਪੜਾਅ 'ਤੇ ਭਾਵੇਂ ਕਿ ਕੋਈ ਮਨੁੱਖ ਛੋਟੀ ਉਮਰ ਦੇ ਵਿੱਚ ਵੀ ਪਹਿਲਾਂ ਜਾ ਸਕਦਾ, ਪਰ ਇੱਕ ਵੱਡਾ ਸਿਧਾਂਤ ਹੁੰਦਾ, ਇੱਕ ਸੋਚ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਉਹ ਸਬਕ ਸਿਖਾਉਣ ਦੀਆਂ ਗੱਲਾਂ ਸਾਡੇ ਬਜ਼ੁਰਗ ਕਰਦੇ ਨੇ। ਜੇ ਉਹ ਆਪ ਹੀ ਡਿਸੀਜਨ ਇਸ ਤਰ੍ਹਾਂ ਦਾ ਲੈ ਲੈਣ ਤਾਂ ਫਿਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅਫਸੋਸ ਹੁੰਦਾ ਹੈ। ਸੋ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ 3 ਵਾਰ ਸਹੁੰ ਖਾਧੀ, ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ, ਠੀਕ ਹੈ ਜੀ। ਲੇਕਿਨ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਧਰ ਫੈਸਲਾ ਲੈ ਲਿਆ। ਮੈਂ ਕਹਿੰਦਾ ਕਿ ਠੀਕ ਹੈ, ਆਮ ਆਦਮੀ ਪਾਰਟੀ ਨਾਲ ਤਾਂ ਗੱਠਜੋੜ ਦੀ ਗੱਲ ਸਾਡੀ ਵੀ ਚੱਲਦੀ ਰਹੀ ਹੈ, ਠੀਕ ਹੈ, ਹੋ ਸਕਦਾ ਅੱਗੇ ਵੀ ਚੱਲੇ, ਪਰ ਜਿਸ ਤਰੀਕੇ ਦੇ ਨਾਲ ਜਿਵੇਂ ਉਹਨਾਂ ਦਾ ਇੱਕ ਡਾਇਲੋਗ ਹੈ ਅੱਜ ਵੀ ਮੇਰੇ ਕੰਨਾਂ 'ਚ ਗੂੰਜਦਾ, ਜਦੋਂ ਰਾਮੂਵਾਲੀਆ ਸਾਹਿਬ ਗਏ ਸੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਪੱਤਰਕਾਰਾਂ ਨੇ, ਤੁਹਾਡੇ ਵਰਗੇ ਨੌਜਵਾਨ ਪੱਤਰਕਾਰਾਂ ਨੇ ਪੁੱਛਿਆ ਕਿ ਸੇਖਵਾਂ ਸਾਹਿਬ ਰਾਮੂਵਾਲੀਆ ਅੱਜ ਚਲਾ ਗਿਆ। ਉਹ ਕਹਿੰਦੇ ਜੀ ਜਿਹੜਾ ਬੰਦਾ ਮਾੜੇ ਹਾਲਾਤਾਂ ਦੇ ਵਿੱਚ ਪਾਰਟੀ ਦਾ ਸਾਥ ਛੱਡੇ ਉਹ ਬੰਦਾ ਨਹੀਂ ਹੁੰਦਾ। ਦੂਸਰੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪਾਰਟੀ ਹੀ ਸਭ ਕੁਝ ਹੁੰਦੀ ਹੈ, ਤੇ ਜੇ ਪਾਰਟੀ ਦੇ ਵਿੱਚੋਂ ਉਹ ਚਲਾ ਗਿਆ ਨਾ ਰਾਮੂਵਾਲੀਆ ਤੇ ਕੋਈ ਫਰਕ ਨਹੀਂ ਪਏਗਾ। ਸੋ ਅੱਜ ਅਸੀਂ ਵੀ ਇਹੋ ਹੀ ਸਬਰ ਕਰਕੇ ਬੈਠ ਗਏ ਹਾਂ ਕਿ ਕੋਈ ਫਰਕ ਨਹੀਂ ਪਏਗਾ। ਜਿਹੜਾ ਬੰਦਾ ਪਾਰਟੀ ਛੱਡ ਗਿਆ ਉਹ ਬੰਦਾ ਨਹੀਂ ਹੁੰਦਾ। ਆ ਗੱਲ ਕਹੀ ਉਹਨਾਂ ਦੀ, ਵੀਡੀਓ ਸੁਣ ਲਓ ਤੁਸੀਂ। ਲੇਕਿਨ ਵੈਸੇ ਹੈਰਾਨੀ ਨਹੀਂ ਹੁੰਦੀ ਕਦੇ ਕਦੇ ਸਰ ਵੀ ਜਿਵੇਂ ਮੈਂ ਸ਼ੁਰੂਆਤ ਵੀ ਕੀਤੀ ਹੈ ਵੀ ਇਹ ਸਿਆਸਤ ਹੈ, ਮੌਸਮ ਤੋਂ ਪਹਿਲਾਂ ਲੋਕ ਬਦਲ ਜਾਂਦੇ ਨੇ। ਵਾਕਈ ਮਤਲਬ ਕਿ ਮੌਸਮ ਵੀ ਨਹੀਂ ਬਦਲੇ ਮੇਰੇ ਖਿਆਲ ਜਿੰਨੀ ਵਾਰ ਹੁਣ ਪਿਛਲੇ 2-3 ਮਹੀਨਿਆਂ 4 ਮਹੀਨਿਆਂ 'ਚ ਸੇਖਵਾਂ ਸਾਹਿਬ ਨੇ ਆਪਣੇ ਫੈਸਲੇ ਬਦਲੇ ਨੇ। ਇਹ ਤਰਾਸਦੀ ਹੈ, ਇਸੇ ਕਰਕੇ ਸਾਡੇ ਤੇ ਕਿਸੇ ਤੇ ਵੀ ਆ ਤੁਸੀਂ ਦੇਖੋ, ਹੁਣ ਮੈਂ ਇੰਟਰਵਿਊ ਦੇ ਰਿਹਾ ਨਾ, ਥੱਲੇ ਲਿਖਣਗੇ ਕਿ ਇਹਨੇ ਵੀ ਚਲੇ ਜਾਣਾ, ਕਈ ਇਸ ਤਰ੍ਹਾਂ ਦੇ ਲਫ਼ਜ਼ ਵੀ ਲਿਖਣਗੇ, ਪਰ ਤੁਸੀਂ ਇਹ ਦੇਖੋ ਸਿਆਸੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਬੇਵਿਸ਼ਵਾਸੀ ਵਾਲਾ ਮਾਹੌਲ ਹੈ। ਕੋਈ ਜਿੰਨਾ ਮਰਜ਼ੀ ਹੋਵੇ ਨਾ ਤੱਤੇ ਤਵੇ ਤੇ ਬਹਿ ਕੇ ਇੱਕ ਸ਼ਬਦ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਅਲਫਾਜ਼ ਜਿਹੜੇ ਆ ਸਿਆਸੀ ਲੋਕਾਂ ਦੇ ਨਾਲ ਜੁੜ ਗਏ ਆ, ਕਿਉਂਕਿ ਉਹਨਾਂ ਨੂੰ ਧਰਮ ਨਾਲੋਂ, ਪੰਜਾਬ ਨਾਲੋਂ, ਪੰਥ ਨਾਲੋਂ ਪਹਿਲਾਂ ਆਪਣਾ ਭਵਿੱਖ ਜਿਹੜਾ ਉਹ ਨਜ਼ਰ ਆਉਂਦਾ ਹੈ ਕਿ ਸਾਡੇ ਭਵਿੱਖ ਦਾ ਕੀ ਬਣੇਗਾ, ਹਾਏ ਅਸੀਂ 2022 ਦੇ ਵਿੱਚ ਕਿਵੇਂ ਜਿੱਤਾਂਗੇ। ਲੇਕਿਨ ਸਵਾਲ ਇਹ ਉੱਠਦਾ ਹੈ ਵੀ ਉਸ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਜਿਨ੍ਹਾਂ ਨੇ ਉਦੋਂ ਤੌਹਮਤਾਂ ਲਾਈਆਂ ਜਦੋਂ ਅਕਾਲੀ ਦਲ ਨੂੰ ਛੱਡਿਆ, ਇਹਨਾਂ ਨੇ ਉਦੋਂ ਇਹੀ ਕਿਹਾ ਵੀ ਮਲਾਈਆਂ ਖਾ ਕੇ ਹੁਣ ਅਲੱਗ ਹੋ ਗਏ ਹੈ, ਹੁਣ ਉਸੇ ਪਾਰਟੀ ਕੋਲ ਜਾ ਕੇ ਬਹਿ ਗਏ ਨੇ, ਉਹਨਾਂ ਦੇ ਕੁੱਛੜ ਜੀ ਜਾ ਕੇ ਬਹਿ ਗਏ। ਤਾਂ ਉਹ ਪਾਰਟੀ ਵਾਲੇ ਵੀ ਲਾਈ ਜਾਂਦੇ ਦੋਸ਼, ਉਹ ਕਹਿੰਦੇ ਜੀ ਸਾਡੇ ਨਾਲ ਵੀ ਤਾਲਮੇਲ ਸਨ 2 ਦਿਨ ਪਹਿਲਾਂ, ਆਮ ਆਦਮੀ ਪਾਰਟੀ ਸ਼ਾਮਲ ਹੋਣ ਤੋਂ ਪਹਿਲਾਂ ਕਹਿੰਦੇ 2 ਦਿਨ ਪਹਿਲਾਂ ਸਾਡੇ ਨਾਲ ਵੀ ਸ਼ਾਮਲ ਸਨ। ਫਿਰ ਅੱਜ ਮੀਟਿੰਗ ਸੀ ਸਾਡੀ, ਉਹਦੇ ਵਿੱਚ ਢੀਂਡਸਾ ਸਾਹਿਬ ਨੇ ਪਾਰਟੀ ਦੇ ਅਹੁਦੇਦਾਰਾਂ ਦੇ ਵਿੱਚ ਗੱਲ ਥੋੜ੍ਹੀ ਜਿਹੀ ਚੱਲੀ, ਤਾਂ ਉਹਦੇ ਵਿੱਚ ਵੀ ਇਹ ਗੱਲ ਹੋਈ ਕਿ ਉਹ ਕਹਿੰਦੇ ਮੇਰਾ ਪਤਾ ਨਹੀਂ ਲਿਆ। ਢੀਂਡਸਾ ਸਾਹਿਬ ਕਹਿੰਦੇ ਪਤਾ ਤਾਂ ਲੈਂਦੇ ਕਿ 4 ਵਾਰ ਤਾਂ ਮੇਰੇ ਘਰ ਆ ਗਏ ਆ ਬਿਮਾਰ ਹੋਣ ਤੋਂ ਬਾਅਦ, ਤੇ ਮੈਂ ਉਹਨਾਂ ਦਾ ਪਤਾ, ਉਹ ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ ਮੇਰਾ ਪਤਾ ਲੈਣ ਆਉਂਦੇ ਆ। ਨਾਲੇ ਪਤਾ ਤਾਂ ਲਈਏ, ਜੇ ਪਤੇ ਦਾ ਪਤਾ ਹੋਵੇ ਇਹਨਾਂ ਦਾ ਇਹੀ ਨਹੀਂ ਪਤਾ ਵੀ ਕਿਹੜੇ ਪਤੇ ਤੇ ਚੱਲ ਜਾਣਾ। ਹਾਂ, ਬਸ ਇਸ ਤਰ੍ਹਾਂ ਦੇ ਹਾਲਾਤ ਹੈ। ਪਰ ਫਿਰ ਵੀ ਮੈਂ ਗੱਲ ਕਹਿਣਾ ਕਿ ਵੇਖੋ ਸਾਡਾ ਸਮਾਜ ਹੈ, ਸਮਾਜ ਦੇ ਵਿੱਚ ਅਸੀਂ ਵਿਚਰਦਿਆਂ ਹੋਇਆਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ। ਜੇਕਰ ਜਿਵੇਂ ਤੁਸੀਂ ਕਿਹਾ ਵੀ ਗੱਠਜੋੜ ਦੀ ਗੱਲ ਪਹਿਲਾਂ ਚੱਲ ਰਹੀ ਸੀ, ਹੋ ਸਕਦਾ ਹੈ ਕਿ ਭਵਿੱਖ ਵਿੱਚ ਵੀ ਗੱਲ ਚੱਲੇ ਜਾਂ ਹੋਵੇ ਵੀ, ਸੇਖਵਾਂ ਸਾਹਿਬ ਨਾਲ ਚਲੋ ਤੁਸੀਂ ਤਾਂ ਕੀ ਮਿਲਾਣੀ ਨੇ, ਸੇਖਵਾਂ ਸਾਹਿਬ ਤੁਹਾਡੇ ਨਾਲ ਨਜ਼ਰਾਂ ਕਿਵੇਂ ਮਿਲਾਣਗੇ? ਦੇਖੋ ਸਾਡੇ ਨਾਲ ਨਜ਼ਰਾਂ ਤਾਂ ਦੇਖੋ ਜਿਹੜੇ ਸਿਆਸੀ ਬੰਦੇ ਆ ਨਾ, ਮੈਂ ਇਹਨਾਂ ਦੇ ਮੈਂ ਕੀ ਕਹਿ ਸਕਦਾ, ਸਿਆਸਤ ਦੇ ਤੌਰ 'ਤੇ ਨਾ ਇੰਨਾ ਕੁਝ ਬੋਲਣ ਤੋਂ ਬਾਅਦ ਫਿਰ ਕੁਝ ਹੋਰ ਕਹਿ ਦਿੱਤਾ ਜਾਂਦਾ। ਉਹ ਇੰਨੀ ਤੌਹਮਤਾਂ ਆਮ ਆਦਮੀ ਪਾਰਟੀ ਨੇ ਲਾਈਆਂ, ਫਿਰ ਆਮ ਆਦਮੀ ਦੇ ਨਾਲ ਜਾ ਕੇ ਉਹ ਬੈਠ ਗਏ। ਅੱਛਾ, ਮੈਨੂੰ ਤਾਂ ਆਮ ਆਦਮੀ ਪਾਰਟੀ ਦੀ ਸਮਝ ਨਹੀਂ ਆਉਂਦੀ, ਕੇਜਰੀਵਾਲ ਸਾਹਿਬ ਨੇ ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਹੈ? ਪਹਿਲਾਂ ਤੌਹਮਤਾਂ ਤੁਸੀਂ ਲਾ ਦਿਓ, ਪਹਿਲਾਂ ਕਹਿ ਦਿਓ ਤੁਸੀਂ ਇਹਨਾਂ ਨੇ ਮਲਾਈਆਂ ਖਾਈਆਂ, ਲੁੱਟ ਲਿਆ, ਘਸੁੱਟ ਲਿਆ ਪੰਜਾਬ ਨੂੰ, ਪੰਜਾਬੀਆਂ ਨੂੰ ਵਿਸ਼ਵਾਸਘਾਤ ਕੀਤਾ ਹੈ, ਬੇਅਦਬੀਆਂ ਕੀਤੀਆਂ ਨੇ, ਫਿਰ ਤੁਸੀਂ ਉਹਨਾਂ ਨੂੰ ਹੀ ਆਪਣੇ ਨਾਲ ਬਿਠਾ ਰਹੇ ਹੋ। ਪਹਿਲਾਂ ਤੁਸੀਂ ਸਰਟੀਫਿਕੇਟ ਵੀ ਦੇ ਰਹੇ ਹੋ ਬਈ ਇਹ ਮਤਲਬ ਕਿ ਗੱਦਾਰ ਨੇ, ਤੇ ਤੁਸੀਂ ਹੁਣ ਦੇਸ਼ ਭਗਤੀ ਦਾ ਸਰਟੀਫਿਕੇਟ ਵੀ ਦੇ ਰਹੇ ਹੋ। ਦੇਖੋ ਕੇਜਰੀਵਾਲ ਸਾਹਿਬ ਨੂੰ ਜਿਹੜਾ ਲੀਡਰ ਬਣਾਇਆ ਨਾ ਲੋਕਾਂ ਨੇ, ਉਹ ਇਸ ਲਈ ਬਣਾਇਆ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਆਮ ਆਦਮੀ ਹਾਂ, ਮੇਰੀ ਕੋਈ ਔਕਾਤ ਨਹੀਂ, ਮੈਂ ਆਮ ਲੋਕਾਂ ਨੂੰ ਇਕੱਠਿਆਂ ਕਰਾਂਗਾ ਤੇ ਉਹਨਾਂ ਦੇ ਵਿੱਚੋਂ ਹੀ ਐਮਐਲਏ ਬਣਾਏ ਜਾਣਗੇ, ਉਹਨਾਂ 'ਚੋਂ ਹੀ ਵਜ਼ੀਰ ਬਣਾਏ ਜਾਣਗੇ, ਉਹਨਾਂ ਦੇ ਵਿੱਚੋਂ ਹੀ ਕੌਂਸਲਰ ਬਣਾਏ ਜਾਣਗੇ, ਉਹਨਾਂ ਦੇ ਵਿੱਚੋਂ ਹੀ ਸਾਰਾ ਸਟਰਕਚਰ ਜਿਹੜਾ ਤਿਆਰ ਕੀਤਾ ਜਾਵੇਗਾ। ਪਰ ਉਹਨਾਂ ਦੇ ਆਲੇ ਦੁਆਲੇ ਵੀ ਸਲਾਹਕਾਰ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਹਿੰਦੇ ਆ ਕਿ ਪਾਵਰਫੁਲ ਬੰਦਿਆਂ ਨੂੰ ਜਾਂ ਜਿਨ੍ਹਾਂ ਦਾ ਸਿਆਸੀ
ਪਿਛੋਕੜ ਬੜਾ ਵੱਡਾ ਹੈ, ਉਹਨਾਂ ਬੰਦਿਆਂ ਨੂੰ ਤੁਸੀਂ ਇਕੱਠੇ ਕਰ ਲਓ ਬਾਏ ਹੁੱਕ ਬਾਏ ਕਰੁੱਕ, ਜਿਵੇਂ ਰਵਾਇਤੀ ਪਾਰਟੀਆਂ ਕਰਦੀਆਂ, ਚਾਹੇ ਅਕਾਲੀ ਦਲ ਬਾਦਲ ਹੈ, ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ ਹੈ। ਤੁਸੀਂ ਦੇਖੋ ਨਾ ਕਿ ਜਿਹੜਾ ਬੰਦਾ ਅਕਾਲੀ ਦਲ ਦੇ ਵਿੱਚ ਹੁੰਦਾ ਉਹ ਕਾਂਗਰਸ ਚਲਾ ਜਾਂਦਾ। ਇੱਕਦਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਸੁਣ ਰਿਹਾ ਸੀ ਗੱਲ, ਉਹ ਇਹ ਗੱਲ ਕਹਿ ਰਹੇ ਜੀ ਕਿ ਜਿਹੜਾ ਪਾਰਟੀ ਛੱਡਦਾ ਨਾ, ਮਾਂ ਪਾਰਟੀ ਨੂੰ ਛੱਡਦਾ, ਉਹ ਸਭ ਤੋਂ ਵੱਡਾ ਗਦਾਰ ਹੁੰਦਾ। ਤੇ ਉਹਨਾਂ ਦਾ ਬੇਟਾ ਉਸੇ ਟਾਈਮ ਹੀ ਇੱਕ ਬੰਦੇ ਨੂੰ ਪਾਰਟੀ ਜੁਆਇਨ ਕਰਵਾ ਰਿਹਾ ਸੀ, ਠੀਕ ਹੈ ਜੀ। ਤੇ ਉਹ ਉਹਦਾ ਕਹਿ ਰਿਹਾ ਜੀ ਇਹ ਤਾਂ ਅੱਜ ਸਾਡੇ ਕੋਲ ਹੀਰਾ ਇੱਕ ਆ ਗਿਆ, ਜਿਹੜਾ ਅਸੀਂ ਬੜਾ ਹੁਣ ਇਹਨੂੰ ਜੋ ਮਾਣ ਸਤਿਕਾਰ ਅਸੀਂ ਦਿਆਂਗੇ, ਹੋਰ ਕੋਈ। ਉਹ ਕਹਿ ਰਿਹਾ ਕਿ ਉਹ ਉਹਦੇ ਵਰਗਾ ਧੋਖੇਬਾਜ਼ ਨਹੀਂ ਹੈਗਾ, ਤੇ ਮੁੰਡਾ ਕਹਿ ਰਿਹਾ ਕਿ ਲੈ ਵੀ ਉਹਦੇ ਵਰਗਾ ਹੀਰਾ ਕੋਈ ਨਹੀਂ ਹੈਗਾ। ਸੋ ਇਸ ਤਰ੍ਹਾਂ ਦੀ ਜਦੋਂ ਕੋਈ ਪਾਰਟੀ 'ਚੋਂ ਜਾਂਦਾ ਨਾ, ਉਦੋਂ ਫਿਰ ਕਹਿ ਦਿੱਤਾ ਜਾਂਦਾ ਇਹਦੇ ਤਾਂ ਪੱਲੇ ਕੁਝ ਨਹੀਂ ਸੀ। ਜਿਹੜਾ ਆ ਰਿਹਾ ਹੁੰਦਾ ਉਹ ਕਹਿੰਦੇ ਜੀ ਇਹ ਤਾਂ ਬੜਾ ਹੈਵੀ ਵੇਟ ਹੈ। ਸੋ ਕੇਜਰੀਵਾਲ ਸਾਹਿਬ ਨੂੰ ਅਸੀਂ ਵੀ ਅਪੀਲ ਕੀਤੀ, ਮੈਂ ਫਿਰ ਦੁਬਾਰਾ ਕਰਦਾ ਕਿ ਦੇਖੋ ਲਹਿਰ ਦੇ ਵਿੱਚੋਂ ਜਿਹੜੀ ਉਪਜੀ ਪਾਰਟੀ ਹੈ, ਉਸ ਪਾਰਟੀ ਦੇ ਕੋਲੋਂ ਲੋਕ ਆਸ ਰੱਖਦੇ ਨੇ ਕਿ ਤੁਸੀਂ ਇੱਕ ਬਦਲ ਦਿਓ। ਕਾਂਗਰਸ ਬੀਜੇਪੀ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਇੱਕ ਐਸਾ ਬਦਲ ਦਿਓ ਜਿਹੜਾ ਬਦਲ ਅੱਗੇ ਜਾ ਕੇ ਪੰਜਾਬ ਦੇ ਲੋਕਾਂ ਨੂੰ, ਜਿਹੜਾ ਮਜੂਸ ਹੋ ਕੇ ਬੈਠੇ ਨੇ ਜਾਂ ਉਹਨਾਂ ਨੂੰ ਮਜੂਸ ਕੀਤਾ ਜਾ ਰਿਹਾ ਜਾਂ ਬੇਵਸ ਕੀਤਾ ਜਾ ਰਿਹਾ, ਉਹਨਾਂ ਦੇ ਹੱਕਾਂ ਹਕੂਕਾਂ ਵਾਸਤੇ ਉਹ ਲੜਾਈ ਲੜ ਸਕਣ। ਤੇ ਉਹ ਜਿਹੜੀ ਸਰਕਾਰ ਹੈ ਉਹ ਦਿੱਤੀ ਜਾਵੇ। ਪਰ ਤੁਸੀਂ ਦੇਖੋ 2017 ਦੇ ਵਿੱਚ ਜਦੋਂ ਇੱਕ ਐਡੀ ਵੱਡੀ ਲਹਿਰ ਸੀ, ਉਹਦੇ ਵਿੱਚੋਂ ਨਹੀਂ ਮਿਲ ਸਕੀ। ਨਵਜੋਤ ਸਿੰਘ ਸਿੱਧੂ ਕੀ ਕਰੀ ਜਾਂਦਾ, ਉਹ ਕਹਿੰਦਾ ਜੀ ਜਦੋਂ ਮੇਰੀ ਸਰਕਾਰ ਆਵੇਗੀ, ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ, ਪਰ ਉਹ ਕਹਿੰਦਾ ਮੇਰੀ ਜਦੋਂ ਸਰਕਾਰ ਆਵੇਗੀ ਨਾ, ਉਦੋਂ ਮੈਂ ਬਿਜਲੀ ਜਿਹੜੀ 3 ਰੁਪਏ ਯੂਨਿਟ ਕਰ ਦਿਆਂਗਾ। ਲੋਕ ਕਹਿੰਦੇ ਕਿ ਹੁਣ ਤਾਲਬੰਦ ਦੀ ਸਰਕਾਰ ਹੈ ਜਾਂ ਹੁਣ ਕਿਹਦੀ ਸਰਕਾਰ ਹੈ? ਨਵਜੋਤ ਸਿਆ ਹੁਣ ਵੀ ਸਰਕਾਰ ਤਾਂ ਤੇਰੀ ਹੈ, ਤੈਨੂੰ ਪਾਵਰ ਦਾ ਮਹਿਕਮਾ ਦਿੱਤਾ, ਤੂੰ ਉਸ ਮਹਿਕਮੇ ਦੇ ਤੋਂ ਭੱਜ ਗਿਆ, ਤੇ ਅੱਜ ਜੇ ਤੈਨੂੰ ਮੌਕਾ ਮਿਲਿਆ ਤਾਂ ਤੂੰ ਇੱਟ ਨਾਲ ਇੱਟ ਕਿਹਦੇ ਨਾਲ ਖੜਕਾਏਗਾ? ਲੋਕਾਂ ਦੀਆਂ ਤਾਂ ਇੱਟਾਂ ਪਹਿਲਾਂ ਹੀ ਪੁੱਟ ਕੇ ਲੈ ਗਏ ਆ ਸਿਆਸਤਦਾਨ ਕਿ ਤੂੰ ਜੇ ਕੁਝ ਕਰਨਾ ਹੈ ਤਾਂ ਕਰਕੇ ਦਿਖਾ, ਕੱਲੀ ਮੈਂ ਕਰਨ ਨਾਲ ਕੁਝ ਨਹੀਂ ਹੋਣਾ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਮਰ ਜਾਣਾ ਸਾਰਿਆਂ ਨੇ, ਇਹ ਬੜੀ ਛੋਟੀ ਉਮਰ ਹੈ, ਬਹੁਤ ਛੋਟੀ ਜ਼ਿੰਦਗੀ ਹੈ। ਇਸ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਕਹਿੰਦੇ ਹੋ ਨਾ, ਉਹਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਸੇਖਵਾਂ ਸਾਹਿਬ ਨੇ ਤੁਹਾਨੂੰ ਲੱਗਦਾ ਨਹੀਂ ਹੈ ਵੀ ਇੱਕ ਚੀਜ਼ ਬੜਾ ਸੋਚ ਸਮਝ ਕੇ ਉਹਨਾਂ ਨੇ ਫੈਸਲਾ ਲਿਆ ਹੋਣਾ ਹੈ? ਉਹ ਕਹਿੰਦੇ ਜੀ ਮੈਂ ਤਾਂ ਇਲੈਕਸ਼ਨ ਨਹੀਂ ਲੜਨਾ, ਪਰ ਆਪਣੇ ਜਿਹੜਾ ਬੇਟਾ ਹੈ ਉਹਨਾਂ ਦਾ ਜਗਰੂਪ ਸਿੰਘ, ਉਹ ਹੁਣ ਅੱਗੇ ਤਿਆਰੀ ਕਰ ਰਹੇ ਨੇ। ਦੇਖੋ ਮਾਝੇ ਦੇ ਵਿੱਚ ਐਡੀ ਵੱਡੀ ਲੜਾਈ ਹੈ, ਕਾਂਗਰਸ ਦੇ ਅੰਦਰ ਵੀ, ਅਕਾਲੀ ਦਲ ਦੇ ਅੰਦਰ ਵੀ, ਆਪ ਦੇ ਅੰਦਰ ਵੀ, ਸਾਰੇ ਪਾਸੇ ਵੀ। ਫਿਰ ਉੱਥੇ ਅਸੀਂ ਵੀ ਆਪਾਂ ਦਾਅਵਾ ਕਰਦੇ ਹਾਂ ਕਿ ਅਸੀਂ ਵੀ ਉੱਥੇ ਲੜਾਂਗੇ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇਸ ਗੱਲ ਦੀ ਫਿਕਰਮੰਦੀ ਕਰਨੀ ਕਿ ਸ਼ਾਇਦ ਇਸ ਪਾਰਟੀ ਤੋਂ ਟਿਕਟ ਮਿਲ ਜੇਗੀ ਤੇ ਮੈਂ ਜਿੱਤ ਹੀ ਜਾਵਾਂਗਾ। ਇਹ ਬੜੀ ਵੱਡੀ ਲਹਿਰ ਚੱਲ ਰਹੀ ਹੋਵੇ ਨਾ, ਜਦੋਂ 100 ਸੀਟਾਂ ਦੇ ਦਾਅਵੇ ਕੀਤੇ ਜਾਂਦੇ ਸੀ, ਉਦੋਂ ਵੀ ਨਹੀਂ, ਉਦੋਂ ਵੀ 22 ਤੇ ਖੜੇ ਸੀ। ਸੋ ਅਸੀਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਬਿਨਾਂ ਇੱਕ ਜੁੱਟ ਹੋਇਆਂ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਆਮ ਆਦਮੀ ਪਾਰਟੀ ਠੀਕ ਹੈ, ਉਹ ਗਰਾਸ ਰੂਟ ਤੇ ਮਜ਼ਬੂਤ ਨਜ਼ਰ ਆ ਰਹੀ ਹੈ, ਵਲੰਟੀਅਰ ਬੜੇ ਨੇ, ਲੋਕ ਵੀ ਬੇਵਸ ਨੇ ਕਿ ਆਂਦੇ ਕਿ ਇੱਕ ਮੌਕਾ ਇਹਨਾਂ ਨੂੰ ਦਿੱਤਾ ਜਾਵੇ। ਪਰ ਉਹ ਮੌਕਾ ਤਾਂ ਮਿਲਣਾ ਜੇ ਸਾਰੇ ਇਕੱਠੇ ਹੋਵਾਂਗੇ। ਉਹਦੇ ਵਿੱਚ ਪੰਥਕ ਸੋਚ, ਪੰਥਕ ਵੇਖੋ ਜਿਸ ਧਰਤੀ ਤੇ ਅਸੀਂ ਖੜੇ ਹਾਂ, ਇੱਥੇ ਸਾਡਾ ਖੂਨ ਡੁੱਲਿਆ, ਇੱਥੇ ਸਾਡੇ ਨੌਜਵਾਨ ਸ਼ਹੀਦ ਹੋਏ ਨੇ, ਇੱਥੇ ਸਾਡੇ ਉੱਤੇ ਇੰਨਾ ਭਾਰੀ ਤਸ਼ੱਦਦ ਹੋਇਆ, ਸੈਣੀ ਵਰਗਿਆਂ ਨੇ, ਆਲਮ ਵਰਗਿਆਂ ਨੇ ਸਾਡੇ ਉੱਤੇ ਜ਼ੁਲਮ ਢਾਏ ਨੇ, ਗੋਬਿੰਦ ਰਾਮ ਵਰਗਿਆਂ ਨੇ। ਤੇ ਉਸ ਧਰਤੀ ਦੇ ਉੱਤੇ ਕੋਈ ਬੰਦਾ ਇਹ ਕਵੇ ਕਿ ਮੈਂ ਆਪਣਾ ਹੀ ਏਜੰਡਾ ਆਪਣੇ ਹਿਸਾਬ ਨਾਲ ਦਿੱਲੀ ਤੋਂ ਲਿਆ ਕੇ ਤੇ ਮੈਂ ਜੋ ਮਰਜ਼ੀ ਕਰ ਲਾਂਗਾ, ਬੜਾ ਔਖਾ ਹੋ ਜਾਂਦਾ। ਬਿਲਕੁਲ ਸਰ, ਮੈਂ ਆਖਰੀ ਸਵਾਲ, ਤੁਸੀਂ ਸ਼ਾਇਦ ਖਬਰ ਦੇਖੀ ਹੋਵੇ, ਦਿੱਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਅੰਕੁਸ਼ ਨਾਰੰਗ ਨੇ, ਤੇ ਉਹ ਰਿਪਰੈਜ਼ੈਂਟੇਟਿਵ ਵੀ ਨੇ ਅਰਵਿੰਦ ਕੇਜਰੀਵਾਲ ਦੇ, ਉਹਨਾਂ ਨੂੰ ਇੱਕ ਚੇਅਰਮੈਨ ਵੀ ਲਾਇਆ ਕਿਸੇ ਪਾਸੇ ਦਾ, ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸੈਨੀਟਾਈਜ਼ਰ ਦੇ ਨਾਲ ਸਪਰੇਅ ਕਰ ਰਹੇ ਨੇ। ਕੀ ਇਹ ਠੀਕ ਹੈ? ਬਹੁਤ ਗਲਤ ਹੈ, ਬੇਹੂਦਾ ਇਹ ਗੱਲ ਹੈ, ਇਹ ਕੋਈ ਸੇਵਾ ਨਹੀਂ, ਇੱਕ ਸ਼ਰਾਰਤ ਹੈ। ਇਹਨੂੰ ਡੁੰਘਾਈ ਦੇ ਵਿੱਚ ਜਾਣ ਦੀ ਜ਼ਰੂਰਤ ਹੈ। ਇਸ 'ਤੇ ਸੈਨੀਟਾਈਜ਼ ਉਹ ਕੌਣ ਕਰਨ ਵਾਲੇ ਹੁੰਦੇ ਨੇ? ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ, ਇਹ ਉਹਨੇ ਡਿਸੀਜਨ ਲੈਣਾ ਕਿ ਕਿਸ ਹਾਲ ਦੇ ਵਿੱਚ ਕਿਵੇਂ ਕਰਨਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰੁਮਾਲੇ ਨੇ, ਤੇ ਕਿਸੇ ਵੀ ਕੱਪੜੇ ਦੇ ਵਿੱਚ ਇਸ ਤਰੀਕੇ ਦੇ ਨਾਲ ਸੈਨੀਟਾਈਜ਼ ਕਰਕੇ, ਉਹ ਵੀ ਲਗਾਤਾਰ ਮੈਂ ਵੇਖਿਆ, ਤੁਹਾਡੀ ਰਿਪੋਰਟ ਹੀ ਦੇਖੀ ਹੈ, ਇਹ ਆਪਣੇ ਆਪ ਵਿੱਚ ਇਹਦਾ 'ਚ ਮੈਂ ਕਹਾਂਗਾ ਆਮ ਆਦਮੀ ਪਾਰਟੀ ਨੂੰ ਕਿ ਇਹਦੀ ਘੋਖ ਕੀਤੀ ਜਾਵੇ ਔਰ ਉਸ ਦੀ ਜਵਾਬ ਤਲਬੀ ਹੋਵੇ ਕਿ ਉਹਨੇ ਇਹ ਕੰਮ ਕਿਉਂ ਕੀਤਾ, ਕੀ ਇਹਦੇ ਪਿੱਛੇ ਸ਼ਰਾਰਤ ਹੈ ਜਾਂ ਕੀ ਸਾਜ਼ਿਸ਼ ਹੈ। ਕਿਉਂਕਿ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਨੇ, ਤੇ ਇਸ ਬੇਅਦਬੀ ਦਾ ਜਿਹੜਾ ਖਮਿਆਜਾ ਉਹ ਅਕਾਲੀ ਦਲ ਬਾਦਲ ਤੇ ਬੀਜੇਪੀ ਭੁਗਤ ਚੁੱਕੀ ਹੈ। ਉਹਨਾਂ ਨੂੰ ਆਪੋਜੀਸ਼ਨ ਦੇ ਵਿੱਚ ਬੈਠਣ ਜੋਗਿਆ ਨਹੀਂ ਛੱਡਿਆ, ਤੇ ਕੋਈ ਨਵੀਂ ਪਾਰਟੀ ਜਿੰਦੇ ਤੋਂ ਲੋਕ ਭੁੱਖ ਤਲਾਸ਼ ਰਹੇ ਨੇ, ਤੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਕਰੇ
ਤਾਂ ਇਹ ਬੜਾ ਵੱਡਾ ਇੱਕ ਸਵਾਲ ਹੈ, ਉਹਦਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ। ਤੁਹਾਨੂੰ ਲੱਗਦਾ ਨਹੀਂ ਸਰ ਐਸਜੀਪੀਸੀ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ ਜਾਂ ਫਿਰ ਡੀਐਸਜੀਐਮਸੀ ਨੂੰ ਵੀ ਨੋਟਿਸ ਲੈਣਾ ਚਾਹੀਦਾ ਨਾ? ਦੂਜੀ ਗੱਲ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਦੋਂ ਦਿਹਾੜੇ ਮੌਕੇ ਪੋਸਟਰ ਛਪਵਾਏ ਗਏ ਤਾਂ ਗੁਰੂ ਸਾਹਿਬ ਦੀ ਫੋਟੋ ਥੱਲੇ ਲਾਈ ਗਈ ਹੈ ਤੇ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੇ ਸਿਰ ਦੇ ਉੱਤੇ ਲਾਈ ਗਈ ਹੈ ਫੋਟੋ, ਉਹ ਵੀ ਸ਼ਾਇਦ ਤੁਸੀਂ ਦੇਖਿਆ ਹੋ। ਦੇਖੋ ਪਹਿਲਾਂ ਹੀ ਜਦੋਂ ਝਾੜੂ ਲਾਇਆ ਗਿਆ ਸੀ ਨਾ, ਤੇ ਅਸੀਂ ਬਕਾਇਦਾ ਇੱਕ ਕੇਸ ਦਰਜ ਕਰਾਇਆ ਸੀ ਤੇ ਸਾਡੇ ਕੋਲੋਂ ਮਾਫੀ ਮੰਗੀ ਸੀ ਬਕਾਇਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕੋਲੋਂ, ਆਮ ਆਦਮੀ ਪਾਰਟੀ ਨੇ। ਫਿਰ ਅਸੀਂ ਉਹ ਕੇਸ ਵਾਪਸ ਲਿਆ ਸੀ, ਅੰਮ੍ਰਿਤਸਰ ਦੀ ਸਿਵਲ ਕੋਰਟ ਦੇ ਵਿੱਚ ਉਹ ਕੇਸ ਲੱਗਾ ਸੀ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਤਰ੍ਹਾਂ ਦੀ ਵੇਖੋ, ਕੇਜਰੀਵਾਲ ਸਾਹਿਬ ਨੂੰ ਸ਼ਾਇਦ ਪਤਾ ਹੀ ਨਾ ਹੋਵੇ, ਲੇਕਿਨ ਉਹਨਾਂ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ ਜਾਂ ਜਿਹੜੇ ਚੋਣ ਰਣਨੀਤੀਕਾਰ ਨੇ, ਉਹਨਾਂ ਨੂੰ ਧਾਰਮਿਕ ਮੁੱਦਿਆਂ ਨਾਲ ਜੁੜੀ ਕੋਈ ਵੀ ਗੱਲ 100 ਵਾਰ ਸੋਚ ਕੇ ਫਿਰ ਕਰਨੀ ਚਾਹੀਦੀ ਹੈ। ਦੂਸਰਾ ਮਸਲਾ ਇਹ ਆ ਕਿ ਇਸ ਦੇ ਉੱਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਸੀਂ ਗੱਲ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਤਾਂ ਆਪ ਬੜੇ ਗੰਭੀਰ ਦੋਸ਼ ਲੱਗੇ ਹੋਏ ਨੇ, ਜਿਸ ਕਰਕੇ ਉਹਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਾ ਰਿਹਾ। 328 ਪਾਵਨ ਪਵਿੱਤਰ ਸਰੂਪਾਂ ਦਾ ਕਿ ਉਹ ਤੁਸੀਂ ਕਿੱਥੇ ਭੇਜੇ ਆ, ਕੋਈ ਅੱਜ ਤੱਕ ਜਵਾਬ ਨਹੀਂ ਦੇ ਸਕੇ। ਬਰਗਾੜੀ ਬਾਈਬਲ ਕਾਂਡ ਦਾ ਦੋਸ਼ ਅਕਾਲੀ ਦਲ ਬਾਦਲ ਦੇ ਉੱਪਰ ਲੱਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਸੋਚ ਸਮਝ ਕੇ ਸਾਨੂੰ ਚੱਲਣ ਦੀ ਲੋੜ ਹੈ। ਠੀਕ ਹੈ, ਲੋਕ ਪਾਰਟੀਆਂ ਵੀ ਬਦਲਦੇ ਨੇ, ਲੋਕ ਫੈਸਲੇ ਵੀ ਲੈਂਦੇ ਨੇ, ਪਰ ਸਭ ਤੋਂ ਪਹਿਲਾਂ ਸਾਡਾ ਅਕੀਦਾ, ਅਸੀਂ ਜਿਹੜੀਆਂ ਗੱਲਾਂ ਐਡੇ ਵੱਡੇ ਦਾਅਵੇ ਕਰਕੇ ਤੇ ਫਿਰ ਉਹਦੇ ਉੱਤੇ ਇੱਕ ਬਿਲਕੁਲ ਪਾਣੀ ਫੇਰ ਦਿੰਦੇ ਆ, ਉਹਦੇ ਨਾਲ ਬੇਵਿਸ਼ਵਾਸੀ ਹਰ ਇੱਕ ਦੇ ਉੱਤੇ ਹੀ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਕਿ ਇਹ ਸਾਰੇ ਲੋਕ ਇੱਕੋ ਜਿਹੀ ਤਰ੍ਹਾਂ ਦੇ ਆ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਿਲਕੁਲ ਸਰ ਨੇ ਗੱਲ ਠੀਕ ਕਹੀ ਹੈ ਵੀ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਜੋ ਲੋਕ ਨੇ, ਆਵਾਮ ਨੇ, ਉਹ ਹਰ ਇੱਕ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਦੂਰ ਕਾਹਨੂੰ ਜਾਣਾ ਹੈ। ਸੇਵਾ ਸਿੰਘ ਸੇਖਵਾਂ ਜੀ ਦੀ ਜੇ ਅਸੀਂ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਉਹ ਬ੍ਰਹਮਪੁਰਾ ਸਾਹਿਬ ਦੇ ਨਾਲ ਗਏ, ਬ੍ਰਹਮਪੁਰਾ ਸਾਹਿਬ ICU ਵਿੱਚ ਸੀ ਤੇ ਸੇਖਵਾਂ ਸਾਹਿਬ ਢੀਂਡਸਾ ਸਾਹਿਬ ਨਾਲ ਤੁਰ ਗਏ ਲੁਧਿਆਣੇ ਨੂੰ। ਹੁਣ ਢੀਂਡਸਾ ਸਾਹਿਬ ਜੋ ਨੇ ਮੇਰੇ ਖਿਆਲ ਘਰੇ ਬੈਠੇ ਹੋਣਗੇ ਤੇ ਸੇਖਵਾਂ ਸਾਹਿਬ ਆਮ ਆਦਮੀ ਪਾਰਟੀ ਦੇ ਨਾਲ ਕੇਜਰੀਵਾਲ ਨਾਲ ਤੁਰ ਗਏ ਨੇ। ਤੇ ਹੁਣ ਲੋਕ ਸ਼ੱਕ ਨਾ ਕਰਨ ਤੇ ਫਿਰ ਕੀ ਕਰਨ। ਲੇਕਿਨ ਸਵਾਲ ਇਹ ਵੀ ਬੜਾ ਵੱਡਾ ਹੈ, ਜਿਵੇਂ ਕਰਨੈਲ ਸਿੰਘ ਪੀਰ ਮੁਹੰਮਦ ਸਰ ਨੇ ਵੀ ਕਿਹਾ ਹੈ ਵੀ ਜੋ ਕੁਝ ਦਿੱਲੀ ਦੇ ਵਿੱਚ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਸੈਨੀਟਾਈਜ਼ਰ ਦੀ ਜੋ ਘਟਨਾ, ਸੈਨੀਟਾਈਜ਼ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਸ ਉੱਤੇ ਵੀ ਸਖਤ ਨੋਟਿਸ ਲੈਣ ਦੀ ਲੋੜ ਹੈ। ਆਮ ਆਦਮੀ ਪਾਰਟੀ ਵੀ ਪੜਤਾਲ ਕਰੇ ਵੀ ਆਖਰ ਉਹਨਾਂ ਨੇ ਅਜਿਹਾ ਜਾਂ ਉਹਨਾਂ ਦੇ ਬੰਦਿਆਂ ਨੇ ਅਜਿਹਾ ਕਿਉਂ ਕੀਤਾ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।